कबीर जी गगन रसाल चुवै मेरी पाठी। संच महारस तन भया काठी। वाको कहिए सहज मतवारा। पीवत राम रस ज्ञान विचारा। रहाओ सहज कलालन जो मिल आई। आनंद माते अन दिन जाई। चीनत चीत निरंजन लाया। कहो कबीर तो अनुभव पाया। वाहिगुरु जी का खालसा वाहिगुरु जी की फतेह। गुरु सवारी साध संगत जीओ, भगत कबीर जी के मुखारबिंद तो उचारण किए हुए इस शब्द ਨੂੰ ਸਮਝਣ ਲਈ बड़ी ਇਕਾਗਰਤਾ बड़ी ਸਾਵਧਾਨੀ ਦੀ ਲੋੜ ਹੈ। ਭਗਤ ਜੀ ਸਾਨੂੰ ਕਿਸ ਤਰ੍ਹਾਂ ਮਾਰਗਦਰਸ਼ਨ ਕਰਦੇ ਹਨ ਤੇ ਅੱਜ ਦੇ ਸਮੇਂ ਵਿੱਚ ਜਦੋਂ ਕਿ ਬਹੁ ਗਿਣਤੀ ਲੋਕ ਦੁਨੀਆ ਦੇ ਫਿਕਰਾਂ ਨੂੰ ਚਿੰਤਾਵਾਂ ਨੂੰ ਭੁੱਲਣ ਵਾਸਤੇ ਨਸ਼ਿਆਂ ਦਾ ਆਸਰਾ ਲੈ ਰਹੇ ਹਨ। ਭਾਵੇਂ ਇਹ ਬੜੇ ਸੋਚਣ ਦਾ ਵਿਸ਼ਾ ਹੈ ਕਿ ਇਹ ਨਸ਼ੇ ਕਿੱਥੋਂ ਆਏ। ਇਹ ਨਸ਼ਿਆਂ ਨੂੰ ਆਮ ਲੋਕਾਂ ਤੱਕ ਕੌਣ ਪਹੁੰਚਾਉਂਦਾ। ਇਹ ਨੌਜਵਾਨ ਪੀੜ੍ਹੀ ਨੂੰ ਨਸ਼ੇੜੀ ਕਿਸ ਨੇ ਬਣਾਇਆ। ਕਿਉਂਕਿ ਸਰਕਾਰਾਂ ਜੋ ਹਨ ਉਹ ਲੋਕਾਂ ਦਾ ਕਰੈਕਟਰ ਬਣਾਉਣ ਦੀਆਂ ਜ਼ਿੰਮੇਵਾਰ ਹਨ। ਪਰ ਅੱਜ ਦੇਖਣ ਵਿੱਚ ਆ ਰਿਹਾ ਕਿ ਸਰਕਾਰਾਂ ਘਰ ਘਰ ਨਸ਼ੇ ਪਹੁੰਚਾ ਕੇ ਲੋਕਾਂ ਦਾ ਕਰੈਕਟਰ ਖਰਾਬ ਕਰ ਰਹੇ। ਪਹਿਲਾਂ ਵੀ ਅਸੀਂ ਪੰਜਾਬ ਹਰਿਆਣੇ ਵਿੱਚ ਵਿਚਰਦੇ ਸੀ। ਜਦੋਂ ਪੰਜਾਬ ਸਾਰਾ ਦਿੱਲੀ ਤੱਕ ਸੀ ਉਦੋਂ ਵੀ ਵਿਚਰਦੇ ਸੀ। ਕਿਧਰੇ ਕੋਈ ਇੱਕ ਠੇਕਾ ਹੁੰਦਾ ਸੀ। ਪਰ ਹੁਣ ਹਰ ਪਿੰਡ ਦੇ ਜੇ 2 ਰਸਤੇ ਹਨ ਤੇ 2 ਠੇਕੇ ਹਨ, ਜੇ 4 ਰਸਤੇ ਹਨ ਤੇ 4 ਠੇਕੇ ਹਨ। ਗੱਲ ਕੀ ਲੋਕਾਂ ਦੇ ਅੰਦਰ ਇਤਨਾ ਨਸ਼ਿਆਂ ਦਾ ਪ੍ਰਵੇਸ਼ ਹੋ ਗਿਆ ਕਿ ਹਾਹਾਕਾਰ ਮਚ ਗਈ। ਬਲਕਿ ਇੱਥੇ ਤੀਕਰ ਖਬਰਾਂ ਆ ਰਹੀਆਂ ਨੇ ਕਿ ਜਿਹੜੇ ਉੱਚੀਆਂ ਪਦਵੀਆਂ 'ਤੇ ਬੈਠੇ ਨੇ ਉਹ ਆਪ ਇਹਨਾਂ ਨਸ਼ਿਆਂ ਦਾ ਵਿਤਰਨ ਕਰ ਰਹੇ। ਆਖਰ ਗੱਲ ਕੀ ਹੈ। ਲੋਕ ਇਹ ਕਹਿੰਦੇ ਨੇ ਜੀ ਨਸ਼ਾ ਪੀ ਕੇ ਅਸੀਂ ਮਸਤ ਅਵਸਥਾ ਵਿੱਚ ਹੋ ਜਾਂਦੇ, ਸਾਨੂੰ ਸਾਰੇ ਫਿਕਰ ਚਿੰਤਾਵਾਂ ਭੁੱਲ ਜਾਂਦੀਆਂ। ਕਿਉਂ ਜੀ ਇਸ ਤਰ੍ਹਾਂ ਕੋਈ ਚਿੰਤਾਵਾਂ ਜਾਂ ਫਿਕਰ ਭੁਲਾਏ ਜਾ ਸਕਦੇ ਨੇ। ਇਹ ਤਾਂ ਉਦੋਂ ਤੱਕ ਹੈ ਜਦੋਂ ਤੀਕਰ ਪੇਨ ਕਿਲਰ ਖਾ ਲਿਆ ਤੇ ਪੇਨ ਦਰਦ ਮਹਿਸੂਸ ਨਹੀਂ ਹੋਵੇਗਾ। ਪਰ ਜਦੋਂ ਉਹਦਾ ਨਸ਼ਾ ਉਤਰੇਗਾ ਫਿਰ ਦਰਦ ਤੇ ਹੋਣਾ ਹੀ ਹੋਣਾ। ਕਹਿਣ ਦਾ ਮਤਲਬ ਗੁਰੂਆਂ ਨੇ, ਭਗਤਾਂ ਨੇ, ਮਹਾਂਪੁਰਖਾਂ ਨੇ ਸਾਨੂੰ ਉਹ ਨਸ਼ਾ ਦਿੱਤਾ ਸੀ ਜਿਹਦੇ ਨਾਲ ਅਸੀਂ ਸਹਿਜ ਅਵਸਥਾ ਵਿੱਚ ਰਹਿ ਸਕੀਏ, ਅਡੋਲਤਾ ਵਿੱਚ ਰਹਿ ਸਕੀਏ ਔਰ ਇਹੋ ਜਿਹੀ ਜੀਵਨ ਜਾਚ ਅਪਣਾ ਲਈਏ ਜਿਸ ਜੀਵਨ ਜਾਚ ਦੇ ਨਾਲ ਸਾਨੂੰ ਚਿੰਤਾ ਵਿਆਪੇ ਹੀ ਨਾ। ਪੜ੍ਹੋ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬਚਨ। ਪਾਤਸ਼ਾਹ ਕਹਿੰਦੇ ਨੇ ਊਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੈ ਜਾਂ ਐਸੇ ਬੁਝੀਆਂ। ਰਾਖਾ ਏਕ ਹਮਾਰਾ स्वामी सगल घटा का अंतर जामी। सोए चिंता जाग चिंता जहाँ कहाँ प्रभु तू वरतंता। घर सुख वसिया बाहर सुख पाया। कहो नानक गुर मंत्र दृढ़ाए। याद रखो इन्हां नशिਆਂ ਦੇ ਨਾਲ ਕਦੇ ਮਸਤੀ ਨਹੀਂ ਆ ਸਕਦੀ, ਕਦੇ ਅਡੋਲਤਾ ਨਹੀਂ ਆ ਸਕਦੀ। ਇਹਦੇ ਨਾਲ ਸਾਡਾ ਧਨ ਵੀ ਨਸ਼ਟ ਹੋ ਰਿਹਾ, ਇਹਦੇ ਨਾਲ ਸਾਡਾ ਤਨ ਵੀ ਨਸ਼ਟ ਹੋ ਰਿਹਾ, ਇਹਦੇ ਨਾਲ ਸਾਡੀ ਜਵਾਨੀ ਵੀ ਖਤਮ ਹੋ ਰਹੀ ਹੈ, ਇਹਦੇ ਨਾਲ ਮਾਪਿਆਂ ਦੀਆਂ ਡਗੋਰੀਆਂ ਵੀ ਟੁੱਟ ਰਹੀਆਂ।
ਭਗਤ ਕਬੀਰ ਜੀ ਕਹਿੰਦੇ ਹਨ, ਉਆ ਕੋ ਕਹੀਐ ਸਹਿਜ ਮਤਵਾਰਾ, ਪੀਵਤ ਰਾਮ ਰਸ ਗਿਆਨ ਵਿਚਾਰਾ। ਇਹ ਸ਼ਬਦ ਦੀ ਰਹਾਉ ਦੀ ਪੰਕਤੀ ਹੈ। ਉਆ ਕੋ ਕਹੀਐ, ਉਸ ਨੂੰ ਕਹੀਦਾ ਹੈ ਸਹਿਜ ਮਤਵਾਰਾ, ਅਡੋਲਤਾ ਦੀ ਅਵਸਥਾ ਵਿੱਚ ਮਸਤ ਹੋਇਆ ਹੋਇਆ। ਕਿਸ ਨੂੰ ਮਸਤ ਹੋਇਆ ਕਹੀਦਾ? ਪੀਵਤ ਰਾਮ ਰਸ ਗਿਆਨ ਵਿਚਾਰਾ, ਜਿਹੜਾ ਗਿਆਨ ਦੀ ਵਿਚਾਰ ਕਰਕੇ, ਜਿਹੜਾ ਆਪਣੇ ਸਰੂਪ ਨੂੰ ਸਮਝ ਕੇ, ਮਨੁੱਖਾ ਜਨਮ ਨੂੰ ਸਮਝ ਕੇ। ਦੇਖੋ, ਜਦੋਂ ਕਿਸੇ ਭਲੇ ਘਰ ਦਾ ਕੋਈ ਪੁੱਤਰ ਧੀ ਗਲਤ ਪਾਸੇ ਜਾਂਦਾ ਹੋਵੇ ਤੇ ਸਿਆਣੇ ਲੋਕ ਕਿਹਾ ਕਰਦੇ ਨੇ, ਭਾਈ ਤੂੰ ਵਿਚਾਰ ਕਰ, ਤੂੰ ਕਿਹਨਾਂ ਦਾ ਪੁੱਤਰ ਹੈ, ਤੂੰ ਕਿਹੜੇ ਖਾਨਦਾਨ ਵਿੱਚੋਂ ਹੈ, ਤੇਰੇ ਵੱਡ ਵਡੇਰੇ ਕੀ ਸਨ। ਇਹ ਤਾਂ ਹੈ ਵਿਚਾਰ ਦੀ ਗੱਲ। ਜਿਹੜਾ ਵਿਚਾਰੇਗਾ ਉਹਨੂੰ ਜ਼ਰੂਰ ਸਮਝ ਆਵੇਗੀ ਕਿ ਮੈਂ ਕੀ ਸਾਂ ਅਤੇ ਕੀ ਕਰ ਰਿਹਾ। ਅਸੀਂ ਕਹੀ ਤੇ ਜਾਂਦੇ ਹਾਂ ਸਾਡੀ ਗੁਰੂਆਂ ਦੀ ਧਰਤੀ ਹੈ, ਪੀਰਾਂ ਦੀ ਧਰਤੀ ਹੈ, ਪਰ ਕੋਈ ਗੁਰੂਆਂ ਦੀ ਗੱਲ ਮੰਨ ਵੀ ਰਹੇ ਹਾਂ, ਕੋਈ ਉਹਨਾਂ ਮਹਾਂਪੁਰਸ਼ਾਂ ਦੀ ਸਿੱਖਿਆ ਨੂੰ ਯਾਦ ਵੀ ਕਰ ਰਹੇ ਹਾਂ। ਉਹ ਕਹਿ ਰਹੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਤੇ ਅਸੀਂ ਕੀ ਕਰ ਰਹੇ? ਅਸੀਂ ਤੇ ਨਸ਼ਿਆਂ ਨਾਲ ਮਸਤ ਹੋਣਾ ਚਾਹੁੰਦੇ। ਇੰਨੀਆਂ ਬੱਚੀਆਂ ਦੇ ਫੋਨ ਆਉਂਦੇ ਨੇ ਜਿਹੜੀਆਂ ਦੁਖੀ ਹਨ, ਪਤੀ ਕੰਮ ਨਹੀਂ ਕਰਦਾ, ਪਤੀ ਨਸ਼ੇ ਪੀਂਦਾ ਹੈ, ਪਤੀ ਸਾਡੇ ਕੋਲੋਂ ਪੈਸੇ ਮੰਗਦਾ। ਬੜੇ ਅਫਸੋਸ ਦੀ ਗੱਲ ਹੈ। ਉਹ ਬੱਚੀਆਂ ਕਿੱਥੋਂ ਪੈਸੇ ਲਿਆ ਕੇ ਦੇਣ ਤੁਹਾਨੂੰ ਪੀਣ ਵਾਸਤੇ? ਡੁੱਬ ਮਰਨ ਦੀ ਗੱਲ ਹੈ। ਪਰ ਜਦੋਂ ਤੀਕਰ ਵਿਚਾਰ ਨਹੀਂ ਕਰਾਂਗੇ, ਸਮਝ ਨਹੀਂ ਆਵੇਗੀ। ਨਾ ਉਹ ਪੇਕੇ ਜਾਣ ਜੋਗੀਆਂ, ਨਾ ਸੋਹਣੇ ਰਹਿਣ ਜੋਗੀ। ਉਹ ਜਿਨ੍ਹਾਂ ਦੇ ਪਤੀ, ਜਿਨ੍ਹਾਂ ਦੇ ਲੜ ਲਾਇਆ ਸੀ, ਜਿਨ੍ਹਾਂ ਨੇ ਕਮਾਉਣਾ ਸੀ, ਜਿਨ੍ਹਾਂ ਨੇ ਉਹਨਾਂ ਨੂੰ ਸੁੱਖ ਦੇਣਾ ਸੀ, ਉਹ ਉਹਨਾਂ ਤੋਂ ਪੈਸੇ ਮੰਗਦੇ। ਇਹਨਾਂ ਨਸ਼ਿਆਂ ਦੀ ਮਿਹਰਬਾਨੀ ਹੈ। ਆਓ, ਹਾਲੀ ਵੀ ਕੁਝ ਨਹੀਂ ਵਿਗੜਿਆ। ਗੁਰੂਆਂ ਦੀ ਗੱਲ ਸੁਣੋ, ਮਹਾਂਪੁਰਖਾਂ ਦੀ ਗੱਲ ਸੁਣੋ ਅਤੇ ਗਿਆਨ ਦੀ ਵਿਚਾਰ ਵਿੱਚ ਜੁੜੋ। ਗਿਆਨ ਕੀ ਹੈ? ਜਾਣਨਾ, ਅਸਲੀਅਤ ਨੂੰ ਸਮਝਣਾ। ਸਮਝਣ ਵਾਸਤੇ ਵਿਚਾਰ ਕਰਨੀ ਪਵੇਗੀ। ਭਗਤ ਕਬੀਰ ਜੀ ਕਹਿੰਦੇ ਨੇ, ਭਾਈ ਉਹ ਹੈ ਅਸਲੀ ਮਤਵਾਲਾ, ਉਹ ਹੈ ਅਸਲ ਮਸਤੀ ਦੇ ਰੰਗ ਵਿੱਚ ਰੰਗਿਆ ਹੋਇਆ, ਜਿਹਦੇ ਜੀਵਨ ਵਿੱਚ ਸਹਿਜ ਹੈ, ਜਿਹਦੇ ਜੀਵਨ ਵਿੱਚ ਅਡੋਲਤਾ ਹੈ। ਉਆ ਕੋ ਕਹੀਐ ਸਹਿਜ ਮਤਵਾਰਾ, ਇਹ ਅੱਖਰੀ ਅਰਥ ਨੇ। ਉਆ ਕੋ ਕਹੀਐ, ਉਸ ਨੂੰ ਕਿਹਾ ਜਾਂਦਾ ਹੈ ਸਹਿਜ ਮਤਵਾਰਾ, ਅਡੋਲ ਅਵਸਥਾ ਵਿੱਚ ਟਿਕਿਆ ਹੋਇਆ, ਮਸਤੀ ਦੀ ਅਵਸਥਾ ਵਿੱਚ ਟਿਕਿਆ ਹੋਇਆ। ਕਿਸ ਨੂੰ? ਪੀਵਤ ਰਾਮ ਰਸ, ਜਿਹੜਾ ਰਾਮ ਨਾਮ ਦੇ ਰਸ ਨੂੰ ਪੀਂਦਾ ਹੈ। ਕਿਵੇਂ ਪੀਂਦਾ ਹੈ? ਗਿਆਨ ਵਿਚਾਰਾ, ਤੇ ਆਪਣੇ ਸਰੂਪ ਦੀ ਵਿਚਾਰ ਕਰਦਾ। ਭਗਤ ਜੀ ਕਹਿੰਦੇ ਨੇ, ਮੈਨੂੰ ਤੇ ਆਨੰਦ ਆ ਗਿਆ, ਕਿਉਂਕਿ ਗਗਨ ਰਸਾਲ ਚੂਹੈ ਮੇਰੀ ਭਾਠੀ। ਹੁਣ ਗਗਨ ਦੇ ਅੱਖਰੀ ਅਰਥ ਨੇ ਆਕਾਸ਼, ਪਰ ਇੱਥੇ ਗਗਨ ਦੇ ਨੰਨੇ ਨੂੰ ਸਿਹਾਰੀ ਹੈ। ਮੇਰੇ 10ਵੇਂ ਦੁਆਰ ਵਿੱਚੋਂ, ਭਾਵ ਮੇਰੇ ਦਿਮਾਗ ਵਿੱਚੋਂ ਰਸਾਲ ਰਸ ਦਾ ਘਰ ਬਣ ਗਿਆ। ਤੇ ਚੂਹੈ ਮੇਰੀ ਭਾਠੀ, ਇਹ ਮੇਰੀ ਭੱਠੀ ਹੈ। ਸਾਧ ਸੰਗਤ, ਹੁਣ ਇਹ ਸ਼ਬਦ ਜਿਹੜਾ ਭਾਠੀ ਹੈ, ਇਹਦਾ ਇੱਥੇ ਕੀ ਤਲਕ ਹੈ? ਭਗਤ ਜੀ ਕਹਿੰਦੇ ਨੇ, ਲੋਕ ਵੀ ਸ਼ਰਾਬ ਕੱਢਦੇ ਹਨ, ਸ਼ਰਾਬ ਕੱਢਣ ਵਾਲੇ ਭੱਠੀ ਲਾਉਂਦੇ ਹਨ, ਭੱਠੀ ਵਿੱਚ ਲਾਹਣ ਪਾਉਂਦੇ ਹਨ, ਥੱਲੇ ਅੱਗ ਬਾਲਦੇ ਹਨ, ਉਹਨੂੰ 2 ਨਲਕੀਆਂ ਲਾਉਂਦੇ ਹਨ,
ਇੱਕ ਪਾਸਿਓਂ ਹਵਾ ਨਿਕਲਦੀ, ਇੱਕ ਪਾਸਿਓਂ ਬੂੰਦ ਬੂੰਦ ਕਰਕੇ ਰਸ ਨਿਕਲਦਾ। ਕਹਿੰਦੇ ਹੁਣ ਮੇਰੇ 10ਵੇਂ ਦੁਆਰ ਵਿੱਚੋਂ ਪਰਮਾਤਮਾ ਦੇ ਨਾਮ ਰੂਪੀ ਰਸ ਨੇ ਚੋਣਾ ਸ਼ੁਰੂ ਕੀਤਾ। ਇਹ ਮੇਰੀ ਭੱਠੀ ਹੈ। ਮੈਂ ਬਹੁਤਾ ਨਹੀਂ ਜਾਣਦਾ, ਪਰ ਜਿਹੜੇ ਲੋਕ ਘਰ ਸ਼ਰਾਬਾਂ ਕੱਢਦੇ ਨੇ ਉਹਨਾਂ ਨੂੰ ਸਭ ਪਤਾ। ਕਈ ਹਕੀਮ ਵੈਦ ਅਰਕ ਕੱਢਦੇ ਹਨ। ਦੇਖਿਆ ਹੈ ਦੁਕਾਨਾਂ ਦੇ ਬਾਹਰ ਉਹਨਾਂ ਨੇ ਅਰਕ ਕੱਢਣ ਵਾਸਤੇ ਭੱਠੀ ਲਾਈ ਹੁੰਦੀ, ਔਰ ਬੂੰਦ ਬੂੰਦ ਕਰਕੇ ਉਹ ਚੀਜ਼ਾਂ ਜਿਹਦਾ ਅਰਕ ਕੱਢਿਆ ਜਾਂਦਾ ਹੈ ਉਹ ਨਿਕਲਦਾ। ਭਗਤ ਜੀ ਕਹਿੰਦੇ ਨੇ ਜਿਹੜੇ ਸਾਧ ਸੰਗਤ ਵਿੱਚ ਮਿਲ ਕੇ ਨਾਮ ਦੀ ਵਿਚਾਰ ਕਰਦੇ ਹਨ, ਉਹਨਾਂ ਦੇ ਗਿਆਨ ਦਰਵਾਜ਼ੇ ਵਿੱਚੋਂ 10ਵੇਂ ਦੁਆਰ ਵਿੱਚੋਂ ਇਹ ਰਸ ਚੋਂਦਾ ਹੈ। ਇਹ ਮੇਰੀ ਭੱਠੀ ਹੈ। ਸੰਚ ਮਹਾਰਸ ਤਨ ਭਇਆ ਕਾਠੀ। ਹੁਣ ਭੱਠੀ ਦੇ ਥੱਲੇ ਅੱਗ ਮਚਾਉਣ ਲਈ ਲੱਕੜਾਂ ਬਾਲਣੀਆਂ ਪੈਂਦੀਆਂ। ਆਖਿਆ ਸੰਚ ਮਹਾਰਸ। ਸੰਚ ਦੇ ਚੱਚੇ ਨੂੰ ਸਿਆਰੀ ਹੈ। ਮਹਾਰਸ ਉਹ ਸਾਰੀਆਂ ਚੀਜ਼ਾਂ ਨੂੰ ਇਕੱਠੀਆਂ ਕਰਕੇ ਜਿਹੜਾ ਮੇਰਾ ਸਰੀਰ ਹੈ, ਇਹਦੀ ਜਿਹੜੀ ਮਮਤਾ ਹੈ, ਇਹਦਾ ਜਿਹੜਾ ਮੋਹ ਹੈ, ਇਹਦੀ ਜੋ ਵਿਸ਼ੇ ਵਿਕਾਰਾਂ ਦੀ ਖਿੱਚ ਹੈ, ਇਹਨੂੰ ਮੈਂ ਲੱਕੜ ਬਣਾ ਕੇ ਥੱਲੇ ਬਾਲ ਦਿੱਤਾ। ਸੰਚ ਮਹਾਰਸ ਤਨ ਭਇਆ ਕਾਠੀ। ਹੁਣ ਮੇਰੇ ਇਸ 10ਵੇਂ ਦੁਆਰ ਵਿੱਚੋਂ ਮਸਤੀ ਵਾਸਤੇ ਉਹ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਚੋਂਦਾ ਹੈ। ਫਿਰ ਧਿਆਨ ਦਿਓ, ਗਗਨ ਰਸਾਲ ਚੁਐ ਮੇਰੀ ਭਾਠੀ। ਕਿਉਂਕਿ ਉਹ ਸ਼ਰਾਬ ਕੱਢਣ ਲਈ, ਉਹ ਅਰਕ ਕੱਢਣ ਲਈ ਭੱਠੀ ਬਣਾਉਣੀ ਪਵੇਗੀ। ਉਹਦੇ ਵਿੱਚੋਂ ਬੂੰਦ ਬੂੰਦ ਕਰਕੇ ਉਹ ਰਸ ਕੱਢਣਾ ਪਵੇਗਾ ਅਤੇ ਉਹਦੇ ਥੱਲੇ ਅੱਗ ਵੀ ਬਾਲਣੀ ਪਵੇਗੀ। ਆਖਿਆ ਅਸੀਂ ਆਪਣੇ ਤਨ ਭਇਆ ਕਾਠੀ। ਕਾਠੀ ਦਾ ਮਤਲਬ ਹੈ ਲੱਕੜ। ਇਹ ਜਿਹੜਾ ਆਪਣੀ ਦੇਹ ਦਾ ਅਹੰਕਾਰ ਕਰਨਾ, ਇਹ ਜਿਹੜਾ ਮੋਹ ਕਰਨਾ, ਇਹ ਜਿਹੜੀ ਮਮਤਾ ਕਰਨੀ ਹੈ, ਇਹਨੂੰ ਮੈਂ ਫੂਕ ਦਿੱਤਾ। ਇਹ ਮੇਰੀਆਂ ਲੱਕੜਾਂ ਹਨ। ਗਗਨ ਰਸਾਲ ਚੋਐ ਮੇਰੀ ਭਾਠੀ। ਸੰਚ ਮਹਾਰਸ ਤਨ ਭਇਆ ਕਾਠੀ। ਉਆ ਕੋ ਕਹੀਏ ਸਹਿਜ ਮਤਵਾਰਾ। ਉਸ ਨੂੰ ਅਸਲ ਮਸਤਾਨਾ ਕਿਹਾ ਜਾ ਸਕਦਾ, ਮਸਤ ਹੋਇਆ ਕਿਹਾ ਜਾ ਸਕਦਾ, ਜਿਹਦੇ ਜੀਵਨ ਵਿੱਚ ਅਡੋਲਤਾ ਆ ਗਈ। ਪੀਵਤ ਰਾਮ ਰਸ ਗਿਆਨ ਵਿਚਾਰਾ। ਉਹ ਪਰਮਾਤਮਾ ਦੇ ਨਾਮ ਰੂਪੀ ਰਸ ਨੂੰ ਪੀਂਦਾ, ਗਿਆਨ ਦੁਆਰਾ ਵਿਚਾਰ ਕਰਕੇ ਆਪਣੇ ਜੀਵਨ ਦੀ ਮਹੱਤਤਾ ਨੂੰ ਸਮਝਦਾ। ਲਓ, ਸਮਝਣ ਵਾਸਤੇ ਕੀ ਕਰਨਾ? ਸਹਿਜ ਕਲਾਲਨ ਜੋ ਮਿਲ ਆਈ। ਕਲਾਲਨ ਸ਼ਬਦ ਇਹ ਇਸਤਰੀ ਲਿੰਗ ਹੈ। ਜਿਹੜਾ ਸ਼ਰਾਬ ਕੱਢਣ ਤੇ ਵੇਚਣ ਦਾ ਧੰਦਾ ਕਰਦਾ ਹੋਵੇ ਉਹਨੂੰ ਕਲਾਲ ਕਹਿੰਦੇ। ਮੈਨੂੰ ਤਾਂ ਚੰਗੀ ਤਰ੍ਹਾਂ ਪਤਾ ਕਿ ਅਸੀਂ ਅੰਬਾਲੇ ਸ਼ਹਿਰ ਵਿੱਚ ਇੱਕ ਮੁਹੱਲੇ ਵਿੱਚ ਰਹਿੰਦੇ ਸੀ ਜਾਂ ਆਉਂਦੇ ਜਾਂਦੇ ਸੀ। ਉਹਨੂੰ ਕਹਿੰਦੇ ਸਨ ਕਲਾਲ ਮਾਜਰੀ। ਪੁਰਾਣਾ ਨਾਮ ਕਿਸੇ ਵੇਲੇ ਤਾਂ ਪਿਆ ਹੋਇਆ ਸੀ। ਪੁੱਛਿਆ ਕਿਸੇ ਸਿਆਣੇ ਨੂੰ ਕਲਾਲ ਮਾਜਰੀ ਕਿਉਂ ਕਹਿੰਦੇ ਨੇ? ਕਹਿੰਦੇ ਇਸ ਮੁਹੱਲੇ ਵਿੱਚ ਰਹਿਣ ਵਾਲੇ ਲੋਕ ਦੇਸ਼ ਦੀ ਵੰਡ ਤੋਂ ਪਹਿਲਾਂ ਸ਼ਰਾਬ ਦਾ ਧੰਦਾ ਕਰਦੇ ਸਨ। ਸ਼ਰਾਬ ਕੱਢਦੇ ਸਨ, ਵੇਚਦੇ ਸਨ। ਉਹਨਾਂ ਨੂੰ ਕਲਾਲ ਕਿਹਾ ਜਾਂਦਾ ਸੀ ਅਤੇ ਜਿੱਥੇ ਉਹਨਾਂ ਦੀ ਵਸੂਆਂ ਨੂੰ ਕਲਾਲ ਮਾਜਰੀ ਕਿਹਾ ਜਾਂਦਾ ਸੀ। ਅਤੇ ਕਈ ਵਾਰੀ ਸ਼ਰਾਬ ਦੇ ਧੰਦਾ ਕਰਨ ਵਾਲਾ ਜੇ ਆਪ ਘਰ ਨਾ ਹੋਵੇ ਅਤੇ ਉਹਦੀ ਘਰਵਾਲੀ ਜਿਹੜੀ ਕਲਾਲਨ ਸੀ ਉਹ ਉਹਦੀ ਗੈਰ ਹਾਜ਼ਰੀ ਵਿੱਚ ਪੀਣ ਵਾਲਿਆਂ ਨੂੰ
ਪੈਗ 2 ਪੈਗ ਕੁਝ ਪੈਸੇ ਲੈ ਕੇ ਦੇ ਦਿੰਦੀ ਸੀ, ਉਹਨੂੰ ਕਲਾਲਨ ਕਹਿੰਦੇ ਸੀ। ਭਗਤ ਕਬੀਰ ਜੀ ਕਹਿੰਦੇ ਨੇ, ਮੈਂ ਇਹ ਕਲਾਲਨ ਸਾਧ ਸੰਗਤ ਸਹਿਜ ਕਲਾਲਨ, ਉਹ ਸਾਧ ਸੰਗਤ ਜਿਹਦੇ ਵਿੱਚ ਮਿਲ ਕੇ ਪਰਮਾਤਮਾ ਦੇ ਗਿਆਨ ਦੀ ਵਿਚਾਰ ਕੀਤੀ ਜਾ ਸਕੇ, ਉਸ ਨੂੰ ਅਸੀਂ ਕਵਾਂਗੇ ਸਾਧ ਸੰਗਤ। ਦੇਖੋ, ਸ਼ਬਦ ਤੇ ਕਲਾਲ ਤੇ ਕਲਾਲਨ ਤੇ ਪਾਠੀ, ਇਹ ਸਾਰਾ ਕੁਝ ਵਰਤਿਆ ਗਿਆ, ਪਰ ਭਗਤ ਜੀ ਸਾਨੂੰ ਦੱਸ ਰਹੇ ਨੇ ਕਿ ਜੇ ਕਿਸੇ ਨੇ ਆਪਣੇ ਜੀਵਨ ਵਿੱਚ ਸਹਿਜ, ਜੇ ਆਪਣੇ ਜੀਵਨ ਵਿੱਚ ਅਡੋਲਤਾ, ਜੇ ਆਪਣੇ ਜੀਵਨ ਵਿੱਚ ਐਸੀ ਮਸਤੀ ਦਾ ਆਨੰਦ ਮਾਣਨਾ ਹੈ, ਤੇ ਉਹ ਕੀ ਕਰੇ? ਉਹ ਗੁਰੂ ਦੀ ਸੰਗਤ ਵਿੱਚ ਆ ਜਾਏ। ਤੇ ਜਿਸ ਭਾਗਾਂ ਵਾਲੇ ਨੂੰ ਗੁਰੂ ਦੀ ਸੰਗਤ ਮਿਲ ਗਈ, ਜਿੱਥੋਂ ਉਹਨੂੰ ਇਹ ਉਪਦੇਸ਼ ਮਿਲਿਆ, ਇਹ ਸਿੱਖਿਆ ਮਿਲੀ, ਸਹਿਜ ਕਲਾਲਨ ਜੋ ਮਿਲ ਆਈ, ਜੋ ਜੇ ਮਿਲ ਜਾਏ, ਤੇ ਜਿਹੜਾ ਫਿਰ ਗੁਰੂ ਦੀ ਸੰਗਤ ਵਿੱਚ ਜੁੜ ਜਾਏਗਾ, ਆਨੰਦ ਮਾਤੇ ਅਨ ਦਿਨ ਜਾਈ। ਹੁਣ ਦੇਖੋ, ਇੱਥੇ ਆਨੰਦ ਦੇ ਦੱਦੇ ਨੂੰ ਸਿਹਾਰੀ ਹੈ, ਉਹ ਆਨੰਦ ਵਿੱਚ ਮਸਤ ਹੋ ਜਾਏ। ਉਹਨੂੰ ਕਿਸੇ ਇਹੋ ਜਿਹੇ ਬਨਾਉਟੀ ਨਸ਼ੇ ਦੀ ਲੋੜ ਨਹੀਂ, ਉਹਨੂੰ ਇਹਨਾਂ ਬਿਮਾਰੀਆਂ ਨੂੰ ਗਲ ਲਾਉਣ ਦੀ ਲੋੜ ਨਹੀਂ, ਉਹ ਤਾਂ ਆਨੰਦ ਵਿੱਚ ਮਸਤ ਹੋ ਜਾਏ। ਅਨ ਦਿਨ ਜਾਈ, ਉਹਦਾ ਹਰ ਰੋਜ਼, ਉਹਦਾ ਸਾਰਾ ਜੀਵਨ ਆਨੰਦ ਵਿੱਚ ਮਸਤ ਹੋ ਕੇ ਬਤੀਤ ਹੋ ਜਾਏ। ਉਹਨੂੰ ਇਹਨਾਂ ਝੂਠੇ ਨਸ਼ਿਆਂ ਦੀ ਲੋੜ ਨਹੀਂ। ਇਸੇ ਲਈ ਧੰਨ ਗੁਰੂ ਅਮਰਦਾਸ ਜੀ ਨੇ ਫਰਮਾਇਆ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਸਹਿਜ ਕਲਾਲਨ ਜੋ ਮਿਲ ਆਈ, ਉਹ ਕਲਾਲਨ ਜਿਸ ਵਿੱਚ ਜਾਣ ਕਰਕੇ, ਜਿਹਦੇ ਨਾਲ ਜੁੜਨ ਕਰਕੇ ਸਾਨੂੰ ਅਡੋਲਤਾ ਦਾ ਨਸ਼ਾ ਮਿਲੇ, ਉਹ ਹੈ ਗੁਰੂ ਦੀ ਸੰਗਤ। ਇਸ ਲਈ ਕਬੀਰ ਜੀ ਕਹਿੰਦੇ ਨੇ, ਗਗਨ ਰਸਾਲ ਚੋਐ ਮੇਰੀ ਭਾਠੀ, ਸੰਚ ਮਹਾਰਸ ਤਨ ਭਇਆ ਕਾਠੀ। ਇਹ ਜਿਹੜਾ ਸਰੀਰ, ਇਹ ਜਿਹੜੇ ਸਰੀਰ ਦੇ ਗਿਆਨ ਇੰਦਰੇ, ਕਰਮ ਇੰਦਰੇ ਸਾਨੂੰ ਦੜਾਉਂਦੇ ਭਜਾਉਂਦੇ ਨੇ, ਇਹਨਾਂ ਨੂੰ ਮੈਂ ਸਾੜ ਦਿੱਤਾ। ਉਹ ਆਕੋ ਕਹੀਐ ਸਹਿਜ ਮਤਵਾਰਾ, ਪੀਵਤ ਰਾਮ ਰਸ ਗਿਆਨ ਵਿਚਾਰਾ, ਰਹਾਉ ਸਹਿਜ ਕਲਾਲਨ ਜੋ ਮਿਲ ਆਈ। ਹੁਣ ਇਹ ਕਲਾਲਨ, ਇਹ ਨਸ਼ਾ ਪਿਲਾਉਣ ਵਾਲੀ ਕੌਣ ਹੈ? ਸਾਧ ਸੰਗਤ, ਜਿਹਦੇ ਵਿੱਚ ਜੁੜ ਕੇ ਸਾਡਾ ਮਨ ਅਡੋਲਤਾ ਦੀ ਅਵਸਥਾ ਵਿੱਚ ਟਿਕ ਜਾਂਦਾ, ਭਟਕਣੋਂ ਰਹਿ ਜਾਂਦਾ ਹੈ। ਅਤੇ ਜਿਨ੍ਹਾਂ ਦਾ ਮਨ ਭਟਕਣਾ ਤੋਂ ਰਹਿਤ ਹੋ ਜਾਏ, ਉਹਨਾਂ ਨੂੰ ਫਿਰ ਇਹਨਾਂ ਨਸ਼ਿਆਂ ਦਾ ਆਸਰਾ ਤੱਕਣ ਦੀ ਲੋੜ ਨਹੀਂ। ਅਖੀਰ ਵਿੱਚ ਭਗਤ ਜੀ ਕਹਿੰਦੇ, ਚੀਨਤ ਚੀਤ ਨਿਰੰਜਨ ਲਾਇਆ। ਚੀਨਤ, ਚੀਨਣਾ ਹੁੰਦਾ ਕਿਸੇ ਚੀਜ਼ ਨੂੰ ਖੋਜਣਾ, ਕਿਸੇ ਚੀਜ਼ ਨੂੰ ਲੱਭਣਾ। ਦੇਖੋ, ਸਿਆਣਿਆਂ ਨੇ ਕਿਹਾ ਹੈ, ਜਿੱਥੇ ਚਾਹ ਹੈ ਉੱਥੇ ਰਾਹ ਹੈ। ਜ਼ਰੂਰਤ ਈਜ਼ਾਦ ਕੀ ਮਾਂ ਹੈ। ਜਦੋਂ ਬੰਦੇ ਨੂੰ ਭੁੱਖ ਲੱਗ ਜਾਏ, ਫਿਰ ਉਹ ਰੋਟੀ ਦੀ ਭਾਲ ਕਰਦਾ। ਇਸੇ ਤਰ੍ਹਾਂ ਜਿਹੜਾ ਗੁਰੂ ਦੀ ਸੰਗਤ ਵਿੱਚ ਮਿਲ ਕੇ ਚੀਨਤ ਚੀਤ ਨਿਰੰਜਨ ਲਾਇਆ, ਜਿਸ ਨੇ ਲੱਭਦਿਆਂ ਲੱਭਦਿਆਂ ਆਪਣੇ ਚਿੱਤ ਨੂੰ ਉਸ ਨਿਰੰਜਨ ਮਾਇਆ ਦੀ ਕਾਰਕ ਤੋਂ ਰਹਿਤ ਜੋ ਪਰਮਾਤਮਾ ਉਹਦੇ ਨਾਲ ਲਾਇਆ। ਕਹੋ ਕਬੀਰ
ਤਉ ਅਨੁਭਵ ਪਾਇਆ। ਕਬੀਰ ਜੀ ਕਹਿੰਦੇ ਨੇ ਉਸ ਨੂੰ ਅਨੁਭਵ, ਅਨੁਭਵ ਦਾ ਮਤਲਬ ਹੈ ਗਿਆਨ, ਅਨੁਭਵ ਦਾ ਮਤਲਬ ਹੈ ਉਸ ਨੂੰ ਤਜਰਬਾ ਹੋ ਜਾਂਦਾ, ਉਹਨੂੰ ਸਮਝ ਆ ਜਾਂਦੀ, ਉਹਨੂੰ ਚਾਨਣ ਹੋ ਜਾਂਦਾ। ਤੋ ਕਬੀਰ ਜੀ ਆਪਣੇ ਉੱਤੇ ਟੁਕਾ ਕੇ ਦੱਸਦੇ ਨੇ, ਪਿਆਰਿਓ ਇਹਨਾਂ ਨਸ਼ਿਆਂ ਨੂੰ ਪੀ ਕੇ ਮਸਤੀ ਨਾ ਮਾਣੋ, ਇਹ ਮਸਤੀ ਥੋੜ੍ਹੀ ਦੇਰ ਬਾਅਦ ਉਤਰ ਜਾਣ ਵਾਲੀ ਹੈ, ਇਹ ਮਸਤੀ ਟਿਕਾਊ ਨਹੀਂ ਹੈਗੀ। ਜੇ ਤੁਸੀਂ ਸਦਾ ਮਸਤ ਰਹਿਣਾ ਚਾਹੁੰਦੇ ਹੋ ਤਾਂ ਗੁਰੂ ਦੀ ਸੰਗਤ ਵਿੱਚ ਜੁੜੋ। ਗੁਰੂ ਦੀ ਸੰਗਤ ਵਿੱਚ ਜੁੜਨ ਦੇ ਨਾਲ ਗਗਨ ਰਸਾਲ ਚੁਐ ਮੇਰੀ ਪਾਠੀ, ਸੰਚ ਮਹਾਰਸ ਤਨ ਬਿਆ ਕਾਠੀ। ਉਆ ਕੋ ਕਹੀਐ ਸਹਿਜ ਮਤਵਾਰਾ, ਪੀਵਤ ਰਾਮ ਰਸ ਗਿਆਨ ਵਿਚਾਰਾ। ਰਹਾਉ ਸਹਿਜ ਕਲਾਲਨ ਜੋ ਮਿਲ ਆਈ, ਆਨੰਦ ਮਾਤੇ ਅਨ ਦਿਨ ਜਾਈ। ਚੀਨਤ ਚੀਤ ਨਿਰੰਜਨ ਲਾਇਆ, ਕਹੋ ਕਬੀਰ ਤਉ ਅਨੁਭਵ ਪਾਇਆ। ਤੋ ਜਿਨ੍ਹਾਂ ਨੂੰ ਫਿਰ ਅਨੁਭਵ ਪ੍ਰਾਪਤ ਹੋ ਗਿਆ ਉਹ ਫਿਰ ਕਦੇ ਵੀ ਝੂਠੇ ਨਸ਼ਿਆਂ ਵੱਲ ਨਹੀਂ ਦੌੜਦੇ। ਉਹ ਤੇ ਬਾਣੀ ਦਾ ਅਧਿਐਨ ਕਰਦੇ ਨੇ, ਨਿਤਨੇਮ ਕਰਦੇ ਨੇ, ਆਪਣੇ ਜੀਵਨ ਵਿੱਚ ਵਿਚਾਰ ਕਰਦੇ ਨੇ। ਇਸੇ ਲਈ ਕਿਹਾ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸੇਰ ਮੇਲਾ ਦਸਤਗੀਰੀ ਨਾਹੀ। ਉਹ ਫਿਰ ਦੁਨੀਆਦਾਰੀ ਵਿੱਚ ਭੱਜ ਭੱਜ ਕੇ ਥੱਕਦੇ ਨਹੀਂ, ਬਲਕਿ ਅਡੋਲਤਾ ਦੇ ਨਾਲ ਆਪਣੀ ਡਿਊਟੀ ਵੀ ਨਿਭਾਉਂਦੇ ਨੇ ਅਤੇ ਪਰਮੇਸ਼ਵਰ ਨਾਲ ਜੁੜਦੇ ਵੀ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।